मुद्दा मलिक साहब कैसे हो? अस्सलाम वालेकुम वरहमतुल्लाहि वबरकातुहू। मलिक साहब यार कोई बंदा भी अगर किसी ने वालेकुम गलत गल की या गाल कड्डी ना तो वो थले चला जाएगा। मैं पहले दस रहा। आमिर साहब आ गए हैं, इनसे थोड़ी सी जो है ना बात करें। मोहतरम आमिर साहब आ गए, तशरीफ फरमाए। अच्छा, अगर और कोई बंदा तो गलत गल करेगा, गाल कटेगा तो थले चला जाएगा, तो मलिक साहब नूं तो थले भी नहीं कोई बंदा भेज सकता ना। मैं चला जावांगा अमर साहब। जे मलिक साहब ते हालत जज्बो मस्ती तारी हो गई ते मलिक साहब नूं कौन थले भेजेगा? ਅਸੀਂ थले चले जावांगे ना, फिर साडे को यही आमिर हाल है। साहब आप मुझे बता देना, सारे भाई बता, मैं खुद ही छोड़ जाऊंगा। नहीं 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 मलिक साहब, ਤੁਹਾਨੂੰ ਅਸੀਂ ਇਹ ਕਹਿ ਨਹੀਂ ਸਕਦੇ ਕਿ ਤੁਸੀਂ ਛੋੜ ਦਿਓ। ਤੁਹਾਡੇ ਨਾਲ ਤੇ ਰੌਣਕਾਂ ਨੇ ਟਿਕਟਾਕ ਦੀਆਂ ਮਲਿਕ ਸਾਹਿਬ। ਐਸੇ ਤੇ ਉੱਥੇ ਲੱਭਦੇ ਰਹੇ ਆ। ਮੈਂ ਆਖਿਆ ਮਲਿਕ ਸਾਹਿਬ ਨੂੰ ਕੋਈ ਬਰਾੜ ਬਰੂਡ ਸ਼ੇਅਰ ਕਰੋ, ਲੱਭਦੇ ਨਹੀਂ ਸੋ ਪਏ। ਤੇ ਫਿਰ ਮੈਨੂੰ ਕਿਸੇ ਆਖਿਆ ਵੀ ਵਰਿਆਮ ਦੀ ਬਰਾੜ ਤੇ ਬੈਠੇ। ਹੁਣ ਮੈਂ ਫਿਰ ਉਹ ਬਰਾੜ ਹੀ ਆਪਣੀ ਬੰਦ ਕਰਾਇਆ। ਪਹਿਲਾਂ ਮੈਂ ਦੂਜੀ ਆਈਡੀ ਨਾਲ ਉਧਰ ਗਿਆ। ਮੈਂ ਆਖਿਆ ਵੀ ਮਲਿਕ ਸਾਹਿਬ ਉਹ ਥੱਲੇ ਵੇਖੋ, ਆ ਸੁਹੇਬ ਰਾਜਾ ਹੈ ਕਿਰੇ, ਉਹਦੇ ਕੋਲੇ ਉਹ ਕਲਾਮ ਹੈ ਜਿਹੜਾ ਸਮਝਣਾ ਚਾਹੁੰਦੇ ਆ। ਭਈ ਉਹਦੇ 'ਚ ਜਿਹੜਾ ਤੁਸੀਂ ਅਲਫਾਜ਼ ਦਾ ਚੁਣਾਵ ਐਡਾ ਇhtiyat ਨਾਲ ਕੀਤਾ ਹੈ ਕਿ ਮਖਸੂਸ ਲਫ਼ਜ਼ ਜਿਹੜੇ ਨੇ ਉਹ ਮਖਸੂਸ ਮੌਕੇ ਉੱਤੇ ਬੋਲਣ ਦੀ ਜਿਹੜੀ ਤੁਹਾਡੇ ਕੋਲੇ ਸਲਾਹੀਅਤ ਤੇ ਜਿਹੜਾ ਫਨ ਹੈ ਉਹ ਆਮ ਬੰਦੇ ਦੀ ਬਸ ਦੀ ਗੱਲ ਨਹੀਂ ਹੈ। ਕੋਈ ਲਫ਼ਜ਼ ਐਸੇ ਸਨ ਜਿਨ੍ਹਾਂ ਨੂੰ ਅਸੀਂ ਸੁਣ ਕੇ ਤੇ ਆਪ ਸ਼ਸ਼ਦਰ ਰਹਿ ਗਏ ਹਾਂ ਵੀ ਮਲਿਕ ਸਾਹਿਬ ਨੇ ਇਹ ਲਫ਼ਜ਼ ਇੱਥੇ ਇਹ ਇਸਤੇਮਾਲ ਕੀਤਾ ਤੇ ਅਗਲੇ ਫਿਕਰੇ 'ਚ ਉਹ ਇਸਤੇਮਾਲ ਕੀਤਾ ਤੇ ਇੱਥੇ ਕਿਉਂ ਇਹਨਾਂ ਨੇ ਮਲਿਕ ਸਾਹਿਬ ਨੇ ਡੈਸ਼ ਲਾਇਆ ਤੇ ਅੱਗੇ ਡੈਸ਼ ਕਿਉਂ ਨਹੀਂ ਲਾਇਆ? ਤੇ ਫਿਰ ਉਹ ਸੈਂਸਿਟੀਵਿਟੀ ਦਾ ਅਹਿਸਾਸ ਹੋਇਆ, ਨਜ਼ਾਕਤ ਦਾ ਅਹਿਸਾਸ ਹੋਇਆ ਕਿ ਕਈ ਫਿਕਰਿਆਂ ਦੇ ਵਿੱਚ ਉਹਦਾ ਜਿਹੜਾ ਮਤਨ ਹੈ ਉਹਦੇ 'ਚ ਅਲਫਾਜ਼ ਦਾ ਮਾਨੀ ਐਸਾ ਹੈ, ਉਹਨਾਂ ਦੇ ਵਿੱਚ ਐਸੀ ਨਜ਼ਾਕਤ ਔਰ ਹਸਾਸੀਅਤ ਪਾਈ ਜਾਂਦੀ ਹੈ ਕਿ ਲਾ ਮਹੱਲਾ ਉੱਥੇ ਮਲਿਕ ਸਾਹਿਬ ਨੇ ਬਿਹਤਰ ਸਮਝਿਆ। ਇਹ ਆ ਗਏ ਨੇ ਸੁਹੇਬ ਰਾਜਾ ਭਾਈ, ਇਹ ਲੋਹਾ ਉੱਤੇ ਸੁਹੇਬ ਰਾਜਾ ਭਾਈ ਨੂੰ ਸੁਣਾਉਣ ਤੋਂ कौन हाल में चल शोएब राजा मौर्या साहब ਨੂੰ ਰੈਡ ਬੁੱਲਾਂ ਪਿਲਾਓ ਤਾਂ ਮੇਰੇ ਕੋਲ ਆਏਗਾ, ਉਹਨੂੰ ਮੇਰੇ ਹੱਥ ਲੱਗੇ ਦੇ। ਉਹਦੇ ਨਾਲ ਵੀ ਕਿਰੇ ਹਾਲਤ ਜਜ਼ਬਾ ਮਸਤੀ 'ਚ ਕਲਾਮ ਫਰਮਾਇਆ ਜੇ। ਹਾਂ ਹਾਂ ਇਹ ਹੁੰਦਾ ਹੈ ਆਮਿਰ ਸਾਹਿਬ। ਅੱਛਾ, ਅਸੀਂ ਤੇ ਇਹ ਜਿਹੜਾ ਸੁਣਿਆ ਸਵੇਰੇ ਦਾ, ਅਸੀਂ ਤੇ ਇਹਨੂੰ ਸੁਣ ਕੇ ਦੌਰਾਨ ਪੁੱਛਾਂਗੇ ਸੇ ਭਾਈ ਉਹ ਕਲਾਮ ਸੁਣਾਓ ਜਿਹੜਾ ਸਮਝ ਨਹੀਂ ਸੀ ਪਿਆ ਆਉਂਦਾ, ਜਿਹਦਾ ਪਤਾ ਨਹੀਂ ਸੀ ਪਿਆ ਲੱਗਦਾ ਵੀ ਕਿਉਂ ਇੰਨੀ ਇhtiyat ਵਰਤਦੇ ਨੇ ਲਫ਼ਜ਼ਾਂ ਦੇ ਚੁਣਾਵ 'ਚ। ਚੁਣ ਚੁਣ ਕੇ ਮੋਤੀ ਪਰੋਏ ਨੇ। ਉਹ ਨਹੀਂ ਕੀ ਕਰਦੇ ਹੋ? ਕਿਸੇ ਦੇ ਪਿਓ ਦੀ ਜਾਂ ਇਹਨਾਂ ਤੋਂ ਇਲਾਵਾ ਕੋਈ ਅਹਿਮੀਅਤ ਹੈ ਕਿਸੇ ਦੀ? ਉਹ ਆਪਣੀ ਮਾਂ ਦੇ ਡੈਸ਼ ਵਿੱਚ ਪਾਏ, ਆਪਣੇ ਬਾਪ ਦੀ ਬੁੰਡ ਵਿੱਚ ਪਾਏ, मैं उससे लानत पाना। हद है तेरे साहब। और मैं इनको एक और बात बता दूं, ये हिले दे हो रहा ने मैं जानने नहीं, जिन दिन मैं जमात चो रहता होवागा अल्लाह दे हुक्म नाल लग लो जानी है। इस वक्त मैं आमिर नजीर नहीं हाँ, मैं मौलवी थोड़ा मुफ्ती मुबशिर नहीं हाँ। मैं ते उतो चीका कटांगा जितो जिंदगी किसी ने थोड़ी चीका भी देखी नहीं होनी, ने सुनिया होनी, उतो कटांगा। फिक्र नहीं करो, मैं तो इंतजार कर रहा हूँ। खुदा जलाल की कसम, मैं तो अल्लाह की आयत की वजह से रुका हुआ हूँ कि खुद तफरकों में ना पड़ना, अल्लाह की रस्सी को मजबूती से थामे रखो। मैं कहता हूँ मुझे तफरका बनाओ तो फिर मैं तुम्हें बताऊंगा कि होता क्या है। मैं ना बताऊं ये कितने बंदे सुन रहे कहीं दूध हराम दे। मैं थोड़ी चीखा ना कढ़ाई ऐसी जगह तो जितो तुसा सोचा भी नहीं सी। तो मैं अपने बाप का नहीं हाँ, सिर्फ मसला ये है कि मैं मुसलमान हूँ अल्लाह की किताब का, मैंने तफरके में नहीं पढ़ना। तफरका ना कोई मुझे डालेगा फिर मैं ये जा तफरके पाऊंगा, ये जाके 14 तबक जमीन पे भी रोशन होंगे और आसमान में भी 7 आसमान रोशन होंगे खुदा के पास। जेडे उत्थे गए थे ना उन्होंने ਉਹ ਨਹੀਂ ਕੀ ਕਰਦੇ ਹੋ?
ਕਿਸੇ ਦੇ ਪਿਓ ਦੀ ਹੈ, ਇਹਨਾਂ ਤੋਂ ਇਲਾਵਾ ਕੋਈ ਅਹਿਮੀਅਤ ਹੈ ਕਿਸੇ ਦੀ? ਉਹ ਆਪਣੀ ਮਾਂ ਦੇ ਡੈਸ਼ ਵਿੱਚ ਪਾਏ, ਆਪਣੇ ਬਾਪ ਦੀ ਬੁੱਢ ਵਿੱਚ ਪਾਏ। ਮੈਂ ਉਸ ਦੇ ਲਾਨਤ ਇਹ ਕਰਨਾ। ਪਹਿਲਾਂ ਤੇ ਇਹ ਜਿਹੜਾ ਹਿੱਸਾ ਹੈ ਨਾ, ਇਹ ਪਹਿਲਾਂ ਨਹੀਂ ਸਮਝ ਆਇਆ ਵੀ ਤੁਸੀਂ ਇਹ ਲਫ਼ਾਜ਼ ਦਾ ਚੁਣਾਓ ਕਰਨ ਚ ਇੰਨੀ ਜਿਹੜੀ ਮੁਹਾਰਤ ਹੈ, ਇਸ ਦੇ ਨਾਲ ਤੁਸੀਂ ਵੇਖੋ ਨਾ ਡੈਸ਼ ਕਿਰੇ ਇਸਤੇਮਾਲ ਕੀਤਾ ਜਿੱਥੇ ਜ਼ਿਆਦਾ ਸੈਂਸਿਟਿਵ ਮਾਮਲਾ ਸੀ, ਕਿਰੇ ਲਫ਼ਜ਼ ਡੈਸ਼ ਇਸਤੇਮਾਲ ਕੀਤਾ ਤੇ ਕਿਰੇ ਬਿਲਕੁਲ ਬਲੰਟ ਲਫ਼ਜ਼ ਇਸਤੇਮਾਲ ਕੀਤਾ ਬਗੈਰ ਡੈਸ਼ ਤੋਂ। ਇਹ ਕੀ ਵਜ੍ਹਾ ਮਲਕ ਸਾਹਿਬ? ਇਹ ਪਹਿਲਾਂ ਤੇ ਦੱਸਿਆ ਕੁਛ ਬਾਤ ਦੱਸੋ ਵੀ ਇਹ ਪੁਰਾਣਾ ਕੋ ਕਲਾਮ ਹੈ ਕਿ ਅੱਜ ਦਾ ਤਾਜ਼ਾ ਕਲਾਮ ਹੈ, ਅੱਜ ਦਾ ਸੁਬਹ ਦਾ? ये कलाम है ये थोड़ी देर पहले का। तो जो आपने सवाल किया है थोड़ी देर पहले का, जो आपने सवाल किया उसका जवाब ये है। जो आपने सवाल किया है थोड़ी देर पहले, ये माइक म्यूट करें अपना। जो आपने सवाल किया उसका जवाब ये है। जो आपने सवाल किया है थोड़ी देर पहले, ये माइक म्यूट करें अपना। जो आपने सवाल किया उसका जवाब ये है। जो आपने सवाल किया है थोड़ी देर पहले, ये माइक म्यूट करें अपना। आपने सवाल किया आवाज आ रही है मेरी? जी आ रही फिर आ रही। टुर के आ रही है। बात यह है जो आपने फरमाया कि आपने ये अल्फाजों का चुनाव पहली मर्तबा किया डैश, दूसरी मर्तबा किया बुड। लेडीज का एहतराम आपको पता है हमेशा किया जाना चाहिए। लेडीज का एहतराम करके उस फिक्र में रखा गया डैश, लेडीज का एहतराम लागू। और जेंट्स की जब बात आई तो वही पैगाम दे दिया, बना दिया ਸਾਹਿਬ गया। ਤੁਸੀਂ ਆਪਣਾ ਮਾਈਕ ਸਹੀ ਕਰੋ, ਤੁਹਾਡੇ ਮਾਈਕ 'ਚ ਕੋਈ ਮਸਲਾ ਹੈ, ਆਵਾਜ਼ ਸਮਝ ਨਹੀਂ ਆ ਰਹੀ, ਕੋਈ ਇੰਜ ਨਾ ਆਵਾਜ਼ ਘੁੰਮ ਰਹੀ ਹੈ। ਇਹਨੂੰ ਆਫ ਕਰਕੇ ਆਨ ਕਰੀਏ ਨਾ ਮਾਈਕ ਨੂੰ ਤਾਂ ਵੀ ਠੀਕ ਹੋ ਜਾਂਦਾ ਹੈ, ਲੇਕਿਨ ਉਸ ਤੋਂ ਤੁਸੀਂ ਥੱਲੇ ਤੇ ਜਾ ਨਹੀਂ ਸਕਦੇ। ਹੋਰ ਬੰਦਾ ਆਵੇ ਤਾਂ ਥੱਲੇ ਜਾਏ ਤੇ ਆਵੇ ਤਾਂ ਠੀਕ ਹੈ। जी आमिर साहब अब देखो मेरी आवाज ठीक है कोई? ਮੈਨੂੰ ਲੱਗਦਾ ਹੈ ਕਿ ਹੁਣ ਠੀਕ ਹੋ ਗਈ। जो आपका सवाल था उसका जवाब दे दिया कि पहले तो मैंने बोला डैश, औरत का नाम आया, मर्द का है तो मैंने ओपन कर दिया। तो ये औरत का एहतराम है, लेडीज का एहतराम करके डैश कहा गया है। अब समझ में आई आमिर साहब? ਅੱਛਾ ਉਹੀ ਮੈਂ ਕਹਿਣਾ ਹਸਾਸੀਅਤ ਦੀ ਵਜ੍ਹਾ ਤੋਂ, ਸੈਂਸਿਟਿਵਿਟੀ ਹੈ, ਇਹ ਨਜ਼ਾਕਤ ਹੈ, ਜ਼ਾਹਿਰ ਹੈ ਕਿ ਉਹਦਾ ਤੁਸੀਂ ਕੋਈ ਕੀਤਾ ਹੈ, ਇਤਰਾਮ ਕੀਤਾ ਹੈ ਕਿ ਬਈ ਇਹ ਨਾਂ ਨਹੀਂ ਲੈਣਾ ਚਾਹੀਦਾ। ਅੱਛਾ ਉੱਥੇ ਤੁਸੀਂ ਡੈਸ਼ ਦਾ ਲਫ਼ਜ਼ ਇਸਤੇਮਾਲ ਕੀਤਾ ਤੇ ਬਾਅਦ ਵਾਲਾ ਜਿਹੜਾ ਉਹ ਕੋਈ ਐਡੀ ਇhtiyat ਦੀ ਲੋੜ ਨਹੀਂ ਹੈ, ਉਹਦੇ ਤੁਸੀਂ ਬਿਲਕੁਲ ਬਲੰਟ ਲਫ਼ਜ਼ ਬੋਲਿਆ। ਅੱਛਾ ਅੱਗੇ ਮੈਂ ਕਿਹਾ ਇਹਦਾ ਸਿਆਕੋ ਸਬਾਕ ਕੀ ਸੀ, ਕੋਈ ਇਹਦਾ ਕੋਈ ਬੈਕਗ੍ਰਾਉਂਡ ਕੀ ਸੀ, ਕੋਈ ਪਤਾ ਲੱਗਿਆ ਕਿਹਦੇ ਨਾਲ ਗੱਲ ਹੋ ਰਹੀ ਸੀ, ਕਿੰਨੇ ਮਸਲਾ ਹੈ ਪੈਦਾ ਕੀਤਾ ਹੈ ਜਿਹਦੀ ਵਜ੍ਹਾ ਤੋਂ ਇਹ ਜਵਾਬ ਸੀ दे रहे हो? देखिए मैंने किसी खास बंदे के लिए नहीं की, बहुत सारे लोग ऐसे हैं, कोई कहता है निकाल दिया, कोई कहता है ही नहीं, कोई कहता है क्या। तो ये सारे जितने उनका इजमा है ये बात उनके लिए है, उन पीड़ा जिथे करनी है करो, ये उनके लिए है। मैंने आप इनको बताया है सारे भाइयों को कि मैं मिर्ज़ा ग़ुलाम अहमद अलैहिस्सलाम पर ईमान लाने वाला अहमदी हूँ। मैं इंतज़ामी मामलात में जो हमारे अमीर जमात हैं और खलीफा हैं, इंतज़ामी मामलात में मैं उनका बिल्कुल पाबंद हूँ। ये नथु पत्तू आकी बाकी वाले जो अहमदी है ना, आकी बाकी वाले,
جن کے دادا صحابی رہے ہیں، تمہارے نانا وہ بھی رہے ہیں، تو ہم پیدائشی ہیں، تمہارے ابا نے یہ قربانی کر دی تھی، جیل میں اندر رہے ہیں، وہ سب ان کے جو بھی کام ان کے لیے اپنے لیے، میرے لیے اس میں کوئی دین کا کوئی فائدہ نقصان نہیں ہے، ہو رہے ہیں تو اپنے پاس رکھے، میں کیا کروں؟ اور جو کسی کا باپ دادا نانا نے قربانیاں دی ہیں، وہ انہوں نے اپنے لیے دی، ان کے لیے تھوڑی دی ہیں کہ یہ اب لے کے گھومتے رہو، سن وڈا کر لو۔ ہمارے باپ نے قربانی کی تھی، دادا نے قربانی، اور جہلو ہم نے قربانی نہیں کی اپنے باپ دادا اجداد کو چھوڑ کے، اور تم جیسے نالائق احمدیوں نے مجھے نہیں تبلیغ کی، کہ تمہاری الحمدللہ تم نالائق احمدی جو سرکاری احمدی ہیں، ان کی وجہ سے شکر الحمدللہ میں احمدی نہیں تو آج میں بھی نعرے ماردہ پہ ہوتا انہوں نے نال ہی۔ تو اللہ تعالیٰ کے فضل سے جو اللہ تعالیٰ نے عقل دی ہے اور قرآن تعلیم اور علم دیا ہے، وہاں سے میں نے اس عقل کا استعمال کر قرآن میں جا کر احمدیت قبول کی ہے۔ الحمدللہ رب العالمین، میں سرکاری احمدی نہیں، ہم نے ماں باپ بہن بھائی عقیدوں کو چھوڑا ہے۔ اگر قربانی کی بات آ جائے تو اس دور میں جو ہم نے قربانی دی ہے، یہ مائی کے لال بڑے تھوڑے تعداد ہوتے ہیں جو دے سکتے ہیں۔ ہم نے اے گریڈ شہریت کو چھوڑ کر، تم تو شروع سے ای گریڈ آ رہے تھے نا باپ دادا اجداد سے، تو تمہیں اتنا محسوس نہیں ہے۔ ہم نے اے گریڈ شہریت دیکھی ہے، اس کے مزے لیے، مزے لے کے اب اس کو چھوڑ کے ای گریڈ شہری بن گیا۔ آپ نے تو اے گریڈ دیکھی نہیں، آپ کو کیا پتہ ہوتی کیا ہے؟ آپ دیکھ لیتے تو آپ کے باپ دادا اجداد، میں کہتا ہوں 95% یہ احمدی نہ ہوتے، یہ سوار لے رہے ہوتے اے گریڈ، جیسے عامر نذیر صاحب لے رہے ہیں اور ان کے ساتھی لے رہے ہیں۔ ایک تو یہ سمجھ آگئی کہ یہ کسی مخصوص فرد سے آپ نے کلام نہیں فرمایا، بلکہ یہ مجموعی کلام ہے، ایسے سمجھ لیں کہ کوئی عام درس ہے، عام آپ نے لیکچر دیتے ہوئے فرمایا۔ تو دوسرا جو اس کا اگلا حصہ ہے، یہ تو سمجھ آ گئی کہ یہاں پر آپ نے ان لفظوں کا چناؤ اس طرح سے کیوں کیا۔ آگے کچھ آپ نے باتیں فرمائی ہیں کہ میں عامر نذیر اور مفتی مبشر نہیں ہوں، بلکہ میں انتظار کر رہا ہوں کسی خاص گھڑی کا، لگتا ہے کہ آپ منتظر ہیں کہ جب آپ اس گھڑی کے آنے پر کوئی فیصلہ کریں گے تو پھر آپ نے فرمایا ہے کہ میں تمہاری وہاں سے چیخیں نکلواؤں گا کہ آپ نے سوچا بھی نہیں ہوگا، یعنی عامر نذیر اور مفتی مبشر تمہاری وہ چیخیں نہیں نکلوا سکے جو میرے پاس راز ہیں، جو میرے سینے میں مخفی راز ہیں، میں وہ افشاں کر۔ ظاہر ہے اگر عامر نذیر کے پاس ہوں گے تو عامر نذیر تو پہلے نکلوا دے گا نا چیخیں، تو عامر نذیر اور مفتی مبشر کے پاس وہ باتیں نہیں ہیں جو آپ کے پاس ہیں۔ تھوڑا کوئی بتائیں گے، اس پہ روشنی ڈالیں گے، یہ کلام آپ نے جو فرمایا ہے اس کے پیچھے کیا بات ہے؟ صاحب بات صرف سمجھائی جا سکتی ہے۔ کھر جب یزیدی فوج کے ساتھ تھا تو وہی تھا، جب وہ ادھر سے چھوڑ کے ادھر آ گیا تو وہی ہروغ تھا۔ اس میں کوئی ایسی چیز نہیں ہوتی، صرف اس کی دلیری، بہادری، جرأت مندانہ اور عقل۔ ایک عقل ایسی چیز ہے نا، تو جب اس کا استعمال کیا جاتا ہے، ہر بندے کو استعمال آتی نہیں۔ ابھی جب میں آپ کے ساتھ مقابلے میں کھڑا ہوتا ہوں تو آپ کو اچھے سے پتہ ہے کہ کیا ہوتا ہے، اور جب یہی ان کے خلاف، مرزا صاحب کے خلاف کبھی بھی نہیں ہو سکتی۔ میرا ایمان ہے، میں اپنے ایمان کو خراب نہیں کروں۔ ہاں جو احمدی ہیں، جس دن ہمیں اس سے انکار کیا گیا تو پھر میں اس کے اندر جو چیزیں ہیں جو یہ میں سمجھتا ہوں، وہ بعد کا ٹائم ابھی آیا نہیں ہے، کیا پتہ اللہ تعالیٰ ایسا ٹائم ہی نہ لے کر آئے۔ میں جدھر ہوں وہی رہوں، اور میں آخری سانس تک وہی ہوں۔ جو ان کیا کہتے ہیں انڈے کے احمدی، انہوں نے اپنے اثر رسوخ سے، اپنی پہنچ سے کچھ ایسا کام کیا، یہ لنڈے کے احمدی ہیں، سارے نہیں ہیں، بار بار کہتا ہوں۔ بعض لوگ ان کو یہ ہے کہ یہ بندہ آیا ہے، ابھی آیا ہے، اس کا باپ دادا احمدی نہیں تھا، ہماری باتوں کو جھوٹا قرار دیتا ہے دلیلوں کے ساتھ، اور یہ اپنی باتیں سچی کرتے ہیں، لوگ اس کی طرف متوجہ بھی ہوتی ہے کہ اس کی بات میں وزن ہے۔ یہ احمدی ہیں لنڈے کے احمدی، انہیں کوئی پتہ نہیں ہے کہ اس میں احمدیت کی جیت ہے، میری اپنی تو کوئی اوقات ہی نہیں۔ میری بات اگر سچی ہوتی ہے، نکل جاتی ہے، اور آپ کے پاس وہ علم نہیں ہے، وہ علم اتفاق سے اللہ تعالیٰ نے مجھے دے دیا ہے، تو اب کیوں اس سے گھبراتے ہو؟
میں آپ کو ہرانے کے لیے تو نہ میں مسلمانوں کو نہیں آتا ہوں ہرانے کے لیے، میں تو اللہ کا دین سامنے لے کر آنے کے لیے آتا ہوں، تو آپ کو کیسے میں ہراؤں گا؟ لیکن آپ کی بات جب میں بتاتا ہوں دلیل کے ساتھ غلط قرار دیتا ہوں، تہن اتنے ارمان لگ جاتے، ایسی تو پیدائشی آدھی ساڈے تے نانا بھی اتنے سی، دادا فلانا صحابی سی، فلانے نے یہ کیتا جی، میرے اوپر تو مقدمے بھی بنے۔ وہ میرا ان سے تعلق کیا ہے؟ آج جو احمدی ہوا ہے اور جو 100 سال سے آ رہا ہے اس میں کوئی فرق نہیں ہے۔ جو ایمانی علمی بات کرے گا وہ سچا ہے، مرزا صاحب کی تعلیم کے ساتھ جو ملے گا اور وہ بتائے گا وہ سچا ہے، وہ ان کے نزدیک ٹھیک ہے۔ جو خیالی پلاؤں میں اور پرانے عقیدوں کو ساتھ لا کر پوری احمدیت میں نہیں جاتا، وہ اللہ تعالیٰ اسی لیے تو کہتا ہے کہ جب ایمان میں جاؤ تو پورے کے پورے جاؤ، لیکن ان کی بقایا جات پیچھے سے ساتھ آتی ہے۔ کوئی بھی تھوڑے لوگ ہیں جو حقیقی احمدی ہیں، باقی سب سنی سنائی کچھ تو باتیں مان لی، لیکن مان کر مرزا صاحب کی تعلیم نہ بیان کریں، کیونکہ آپ کے پاس علم نہیں ہے۔ جو آپ تعلیم بیان کرتے ہو اس پر مرزا صاحب کے اوپر اور ہمارے احمدی کے اوپر سوالات اٹھتے ہیں، نشانات اٹھتے ہیں، ان کا جواب نہیں ہے آپ کے پاس، بھاگتے ہو ان سے پھر، کیونکہ آپ نے حقیقی تعلیم مرزا صاحب کی پیش نہیں کی، آپ کو پتہ ہی نہیں ہے تو ہم نے پیش کیا کرنی ہے۔ آپ نے سنی سنائی پر وہ چیزیں بیان کرتے ہو۔ میرا بھی یہی اعلان ہے، دعویٰ ہے، کتنے مرتبہ کر چکا ہوں کہ حقیقی احمدی ہوں میں مرزا صاحب کا، اور کسی کو کوئی جماعت احمدیہ پر اعتراض اشغال ہے کسی بھی طریقے سے، وہ آ کے مجھ سے بات کر سکتا ہے اور میں ان کو جواب دوں گا۔ شرط یہی ہے کہ میں احمدی ہوں، فہم میں بیان کروں۔ آپ لوگ دیکھو، میری ایک سچائی کی دلیل اللہ معافی دے دے اس معاملے میں یہ بھی ہے کہ مسلمان مجھ سے گھبراتے ہیں، سرکاری یہ بیٹھے ہوئے سارے کہتے نہیں نہیں آپ تو احمدی ہی نہیں ہو، سواڈا نا جواب گیا تسی تے سن لاجواب کر دیں، ایسا نہیں، احمدیت نہیں قبول، ہمیں وہ احمدیت قبول ہے تو سرکاری احمدی بتاتے ہیں، اس پر ہمارے پاس اعتراض موجود ہے، سوالات موجود ہیں، جو احمدیوں کے پاس جواب نہیں ہے، وہ احمدیت سن لوڑ ہے چاہیے۔ جس احمدیت پر ہمارے پاس سوال اور اعتراض نہ آئے ہم وہ مانتے ہی نہیں۔ یہ آپ کے پاس سے آن ریکارڈ باتیں ہیں، انہوں نے کئی مرتبہ مجھ سے بات کرنے سے انکار کر دیا، اور وجہ یہی ہے کہ میں مرزا صاحب کی احمدیت بتا تو یہ کہتے ہیں کئی جو مسلمانوں نے مجھے کہا یہ احمدیت تو ہم نے کسی احمدی کے منہ سے سنی نہیں، میں نے کہا کتوں سننی ہے، وہ سنی سنائی والے احمدی، انہوں نے مرزا صاحب کی تعلیم کو سمجھی ہی نہیں، سب نے نہیں، بار بار کہہ رہا ہوں، سب نے نہیں، زیادہ تعداد اسی طرح۔ جی حامد صاحب۔ بار بار میں جو اعلان کر رہا ہوں پھر بھی بتا رہا ہوں، جس دن یہ میری واقعہ اسکرین بڑی کر دیں، وہ آپ کے اعلان پہ جو بینر بنایا نا وہ بھی سارے پڑھ لیں۔ کی بڑھایا نے اور میں دعوت دیتا ہوں سارے اپنے احمدی بھائیوں کے، میرا آپ سے اختلاف نہیں ہے، لیکن مرزا صاحب کی تعلیم اگر آپ واضح نہیں بتاؤ گے وہاں اختلاف پیدا ہوگا۔ آپ دلیلیں دے کر میں ایک مسلمان بٹھاتا ہوں، سرکاری مسلمان، عامر صاحب آ جائیں، عامر صاحب علمی شخصیت ہے، ایک آپ میں زیادہ عقل مند لیکن عام فہم احمدی، میں نے جن کو عام فہم احمدی کہا ہے وہ ان میں سے آئے، جس کو مرزا صاحب کی تعلیم کی خبر ہے، میں ان کو نہیں مخاطب۔ جو یہ عام ادھر آ کے ادھر براڈنے لگا تو ادھر لگا تو کوئی کہہ احمدی نہیں ہے، کوئی کیفر ہے، کوئی کہتا فلاں، اگر کسی میں دم ہے، اگر دم ہے ایمانی اور علمی طور پر آؤ میدان میں، ہم بات کریں گے۔ ایک مسلمان غیر احمدی کو لیں گے، ایک خود قرآنسٹ کو لیں گے، جو آپ کو پسند ہے، میرے ان میں دوست ہیں ان کو نہیں لیں گے، جو آپ کو پسند ہے ان کو۔ عامر نذیر کو میں اس وجہ سے کہتا ہوں کہ وہ علم والے شخص ہیں، مخالف ضرور ہیں لیکن علم والے شخص ہیں، اور ان کے ساتھ بعد میں وہ فیصلہ ایمانداری سے نہیں کریں گے، یہ مجھے اچھے سے پتہ ہے، لیکن ہم اختلاف کی بات جہاں پر ہوگی وہ آپ کی زیادہ سائڈ لیں گے، کیونکہ وہ مجھ سے بات نہیں کرتے، کہتے ہیں تو حقیقی احمدی نہیں ہے۔ تمہارے پاس جو مرزا صاحب کی جو تحریروں پر اعتراض ہم اٹھاتے ہیں، تم جو جواب دیتے ہو اس پر پھر ہمارے پاس اعتراض نہیں ہے، تو یہ باتیں ہیں۔ عامر صاحب آپ کی سائڈ لیں گے،
कोई सरकारी अहमदी आकर बात करना चाहे लाइव बैठ कर, मैं हाजिर हूँ, इसी टाइम से आए बात करें। अच्छा, मैं थोड़ा नीचे उतर गया था लेकिन मेरे ब्लूटूथ लगा, मैं सुन रहा था आपकी बात। मलिक साहब, सारी बात मैंने आपकी सुन ली है। ये बात तो सच है, मगर बात है रुसवाई की। सच्ची बात तो यही है जो आप बयान कर रहे हैं कि जो ये जवाब देते हैं ना आपके सरकारी अहमदी जिनको आप कह रहे हैं, उससे तो हमें फ़ायदा है। आज सुबह ही मैं कह रहा था अपनी ब्रॉड पर कि वी हैव अचीव्ड आवर गोल। जो टिकटॉक पर, सोशल मीडिया पर जो हमारी मंजिल थी, तकरीबन हमने वो पा ली है। जो हम चाहते थे, ये तो खुद उस रास्ते पर चल रहे हैं, ये तो खुद उस राह पर चल रहे हैं कि वो वही हमारी मंजिल है कि ये हम इनको उधर ही लेकर जाना चाहते। तो बहरहाल ये बात तो ठीक है। अब मसला ये है कि आप कहते हैं कि चंद एक हैं अहमदी, उससे मुझे लगा है कि आपके अलावा भी कोई लोग हैं जिनके नज़रियात, अफकार, सोच से आप मुत्तफिक हैं। ये थोड़ी कंफ्यूजिंग सी बात हो गई है। मेरा ख्याल ज़ाती ये था कि शायद आप अपने अलावा किसी को भी नहीं समझते। मिर्ज़ा साहब की जो तालीमात हैं, उसकी जो वजाहत आप करते हैं और जिस तरह से आप करते हैं, मेरा ख्याल था कि आपके साथ कोई भी नहीं है। लेकिन आपकी बात से मुझे थोड़ा शक पड़ा है कि कोई और भी हैं लोग। वो कौन कौन से हैं मलिक साहब? यार आमिर साहब वो कहते हम तो डूबे सनम, तुम्हें भी साथ ले डूबे, मैं अकेले ही डूब गया बहुत हूँ, उनकी तरफ ना जाए आप प्लीज। तो मैं तो यही ठीक ही फिर समझाऊं कि आप अकेले हैं, आप दूसरों का जो नाम है ना वो खामखा लेते हैं। आप अकेले हैं इस सफ़र पर और आपका वाक़तन जवाब नहीं है, इसमें कोई दो राय नहीं है कि आप जिस तरह से दलाइल और सच्चाई के नूर से और निशानों की रूह से जिस तरह आप मुंह बंद करते हैं ना, ये इनमें तो कोई ऐसा बंदा है नहीं। बल्कि ये जो जवाब देते हैं वो तो हमारे फ़ायदे में होते हैं। कल रात को टोनी साहब से बात हो रही थी, पहले एक बराड पर, फिर हुसैनी साहब की बराड पर, तो अल्लाह गवाह है कि वो इतनी लुत्फ़अंदोज़ बातें हैं कि मैं खीर है निरी, मतलब नरम ग़िज़ा हैं। जिस तरह के ये जवाब देते हैं, लोग देखते हैं, लोग हंसते हैं, कहते हैं ये क्या जवाब ये दे रहे हैं। तो जो उनके हैं बंदे वो जवाब देने वाले, उनमें से कोई भी ऐसा है जो आपकी इस कॉल पर लब्बैक कह के आपके साथ आ बैठे और कहे कि वो अहमदियत का दफा करेगा और आप सुनेंगे बैठ के? कोई है बंदा उनमें से सुनकर आने वाला? कोई आवाज निकाले। मलिक साहब सवाल एक करना है, पूछ लूं? आगे ने सरकारी अहमदी आगे ने, सच्चे तो मुखलिस अहमदी। दाई अल्लाह इजाजत है, शोर नहीं मचाना, बारी बारी में आप बात करें, सब करें, बात करें। और सवाल ये है कि इनका अकीदा है कि जो मैं नज़ीर साहब से मुखातब हूँ, अमन नज़ीर साहब से, इनका अकीदा है, इनके जो बड़े हैं सारे मुसलमानों के, ये जो हदीसें हैं बुखारी शरीफ, मुस्लिम शरीफ, जो पहले बुजुर्ग गुजरे हैं वलीउल्लाह, कशफ के जरिए रसूल पाक से पूछ ला लिया करो, इन्हें रुकना कोई नहीं। नहीं, 2 मिनट या 1 मिनट बस। इनका ये अकीदा है जो पहले बुजुर्ग गुजरे हैं, अगर कोई हदीस उनको समझ ना आए तो वो कशफ के जरिए रसूल पाक से पूछ कर उसको गलत कर देते थे कि ये ऐसे नहीं है, ये गलत है। और असल पॉइंट ये है, जो आना था इमाम मेहदी अलैहिस्सलाम हाकिम आदल, उसका 73 फिरकों के लिए उसने आना था। सबकी बातें तो नहीं ना माननी थी, या बुखारी की बात माननी थी या मुस्लिम की, उसके नीचे तो नहीं ना आना था, उसने फैसला करना था। आम बुजुर्ग कशफ के जरिए हदीस बता सकता है ये गलत है, ये ठीक है। इसी तरह जो हाकिम आदल इनका आना है, उसको इतना अख्तियार भी नहीं है कि वो ये बता सके ये हदीसें जो तुम ले रहे हो इमाम मेहदी के मतलब, इसका ये मतलब है, ये सही नहीं है, ये गलत है। तो उसने जो फैसला कर, हाकिम आदल किसका बात का हुआ, सारी बातें इनकी माननी है, सारी हदीसें इनकी माननी है। और जो ये कहा था भी उनको जो आएगा उसको मौलवी, दूसरे काफिर, दज्जाल सब कोई फतवे लगाएंगे,
اور اسی طرح ہوا. ایسا سب وہ نبیوں کے طرح ساتھ ہوتا ہے. تو پیارے بھائی یہ ٹاپک نہیں ہے، آپ ٹاپک سے بعد جا کر بات کر رہے ہیں. اچھا یہ اچھا یہ ٹاپک نہیں ہے. اچھا جی کیا ٹاپک ہے؟ ٹاپک یہی ہے کہ بہت سارے احمدی بھائی مجھے کہہ رہے ہیں کہ تمہارا اخراج ہو گیا ہے، کوئی کہہ رہا ہے تم احمدی نہیں ہو، کوئی میری ماں کو گالی دے رہا ہے، کوئی باپ کو میرے دے رہا ہے گالی. تو اس کے بدلے میں بھی گالیاں ضرور دیتا ہوں اور دی ہیں. ایک دی ہے تو میں نے 5-10 دی ہیں اور چلو دیتا میں رہوں ابھی گا. اس پہ بول دیتا ہوں. ایک منٹ پیارے بھائی سن تو لے اب. تو میرا یہ اعلان کیا ہوا ہے کہ یہ جو ہمارے سرکاری احمدی بھائی ہیں، یہ کوئی آ جائے اپنی احمدیت بتائے اور میں اپنی احمدیت بتاتا ہوں. آپ مرزا صاحب کی احمدیت جا کے دیکھ لو، اگر وہ قریب ہوئے کہ میری توڑ لا دینا. لیکن میں نے بعض احمدیوں کو کہا، سارے احمدیوں کو نہیں کہا. بعض اچھا احمدی جو ٹک ٹاک پر ہے 95% 90% ان کو مرزا صاحب کی تعلیم کا الف بے ہی نہیں پتا. ان کے ماں باپ احمدی تھے، یہ احمدی ہیں. ہم تو پتیشی احمدی، ہم سے مقابلہ کون کر سکتا ہے؟ میرے نانا فلانے کے صحابی تھے، میرے فلانے دادا فلانے تھے، میرا بھائی حضور کے ساتھ ہوتا ہے، میں حضور کے ساتھ رہا ہوں، میں حضور سے ہفتے میں 2 بار ملتا ہوں. ان کی یہ احمدیت رہ گئی. عقلی دلیل کی احمدیت ان کے پاس ختم ہو گئی ہے. اسی وجہ سے یہ سرکاری مسلمان 95% احمدیوں کو پانی پلا پلا کے مارتے ہیں. یہ آئیں بائیں شائیں کر کر بھاگ جاتے ہیں یا نکل جاتے ہیں. ہاں جو 5-10% احمدی ہیں حقیقی، ان کا مقابلہ کوئی بھی نہیں کر سکتا، اس میں کوئی شک نہیں. میری عقل کے مطابق شاید وہ بھی میں غلط ہوں، کیونکہ میں انسان کی یہ فطرت ہے کہ اپنی طرف کو ٹھیک کہتا ہے. شاید میں اس میں یہ بات میرے منہ سے نکل گئی، لیکن میں یہ بات سمجھتا ہوں. باقی پیارے بھائیو، جو احمدی جس کو شک ہے، جن کو میں سرکاری احمدی کہتا ہوں، وہ آئیں لنڈے کے احمدی ہو، آؤ مجھے بات کرو. اور مرزا صاحب کی احمدیت آپ بھی بتاؤ. جو آپ بتاؤ گے اس پر میں ہزاروں بیسیوں سوال اور اعتراض اٹھا کے دکھاؤں گا. جو مرزا صاحب کی احمدیت میں بتاؤں گا اس پر کوئی مائی کا لال مسلمانوں کو بھی ساتھ ملا لینا، کوئی اعتراض یا مخالفت دکھاؤ کر کے مان جاؤں گا. جزاک اللہ. یہ بات ہے. اصل بات یہ ہے، ہو دل المتقین، اللہ کو پتا ہے کس کا درجہ کتنا ہے. کسی کے کہنے سے آپ اپنے بتا کر رہے ہیں. ذرا سوچو، مرزا صاحب کو رسول پاک کو کتنی کتابیں لکھی گئی دنیا میں؟ سب سے زیادہ رسول پاک کے خلاف باتیں لکھی گئی. اس سے گھبرانا نہیں چاہیے. آپ دل سے احمدی ہیں، آپ کسی کو کوئی غلط گالی نہ دیں. میرا تو یہی مشورہ ہے. کسی کے کہنے سے نہ آپ کی عزت بڑھ سکتی ہے نہ کم. اللہ کی نظر میں عزت ہونی چاہیے. مسیح موعود علیہ السلام فرمایا، دنیا کی لعنتوں سے مت ڈرو، یہ دھوئیں کی طرح اڑ جاتی ہیں. خدا کی لعنت سے ڈرو، وہ جس پر پڑتی ہے اس کا بیڑا غرق ہو جاتا ہے. اصل بات یہ ہے، اللہ نے اللہ کو پتا ہے. آپ بالکل نیوٹرل ہیں. مجھے عزت کی کوئی پرواہ نہیں. عزت کی پرواہ ہوتی تو میں احمدی ہوتا. میں تو نہیں اس سے لے آپ رہا ہوتا کہ سرکاری مسلمان بن کے لوگوں کو کافر کہہ رہا ہوتا. مجھے عزت کی اس کی پرواہ نہیں ہے. مجھے فکر ہے مرزا صاحب کی احمدیت کی. جو اب مجھے شک نہیں، یقین ہو گیا ہے کہ کچھ عرصے بعد یہ احمدیوں نے اگر احمدیت کی لوگوں کو بتایا تو احمدیت دے پلے کوئی شے نہیں رہنی. وہی حساب جو مسلمانوں کے ساتھ ہو گیا، سرکاریوں کے ساتھ، مسیحوں یہودوں کے ساتھ ہو گیا، وہی اس جماعت کے ساتھ حال ہو جائے گا کہ کوئی نشان بھی نہیں بچے گا. کیونکہ جب انسان علم، حقیقت اور سچائی کو چھوڑ دیتا ہے تو پھر اللہ تعالیٰ کی جو ہوتی ہے وہ اس کو سب ہاتھ اٹھا لیتا ہے رب. اور جب رب ہاتھ اٹھا لیتا ہے پھر اسی طرح حال ہوتا ہے جو پہلے والے نبی رسولوں کی امتوں کا حال ہوا ہے. وہی حال مجھے احمدیت کا نظر ہوتا ہوا آ رہا ہے. سچ کو سچ کہو، اور رسول ذاتی پاک کی ادا، امت پرسنالٹی کلیش ان کو چھوڑ دو. علم کے آگے ہارنا سیکھو. سچائی اگر تمہارے پاس نہیں ہے، یعنی کوئی ایسا علم تمہارے پاس نہیں ہے، تمہیں بات بتا دیتا ہے، اس میں تمہاری انسلٹ نہیں ہے. علم حاصل جب کرتا ہے بندہ تو پھر ملتا ہے، اور علم کے آگے بندے کو ہار کر علم ملتا ہے. لوگوں نے سمجھ لیا مقابلے کر کر علم مل جاتا ہے، دلیل ملتی ہے. تو پیارے بھائیوں، جو کچھ بھی ہے وہ آپ کے سامنے ہے. کوئی سرکاری احمدی کسی وقت بات کرنا چاہے تو میں حاضر ہوں. لنڈے کے احمدی جو بھی ہیں وہ مجھ سے بات کرنا چاہے تو میں ان کو بتاؤں گا. حقیقی احمدیت وہ بھی بتائیں مرزا صاحب کی، اور میں بھی بتاؤں. وہاں سے آپ لوگ اندازہ لگا لو کہ ان کی احمدیت مرزا صاحب کے مطابق ہے یا میری احمدیت. جزاک اللہ.
وہ مرزا صاحب کی جو کتابیں ہیں 85 میں بھی اکثر پڑھ لی ہیں. وہ ایک احمدیہ پاکڑ بک ہے عبد الرحمان خادم صاحب کی. جتنے بھی ٹک ٹاک پہ بیٹھے احمدی وہ ضرور کم از کم وہ اب احمدیہ پاکڑ بک 3-4 دفعہ پڑھیں. اس میں جتنے بھی آج کا سوال جواب ہو رہے ہیں سب کے جواب ہیں. باقی رہ گئی بات کوئی بھی بات اگر ہم میں احمدیوں میں کوئی غلط کرے جو مرزا صاحب کے لکھی ہوئی باتوں کے خلاف ہو وہ غلط ہے. جو اس کے دوسری ایک آخری پوائنٹ یہ دینا ہے، یہ جو ہمارے غیر جماعت بھائی ہیں ان کے عقیدے تو قرآن مجید کے بھی خلاف ہیں. ان کو سمجھ نہیں آتی عیسیٰ علیہ السلام کا مردے زندہ کرنا. یہ مدد کر رہے ہیں خدا بنانے میں عیسائیوں کی. ان کو اس بات کی سمجھ نہیں آ رہی. اور مسلمانوں کا جو عقیدہ ہے جہاد کا وہ انسانیت کی توہین ہے، گردنیں تاری جو وہ پادریوں نے ان کی مدد کی ٹیرورسٹ کہہ کے. ان کو غلطی لگی انسانوں کی طرف، مسلمانوں کو مار رہے ہیں. سر میں وہ یہاں آپ خدائی کو قطع کلامی میں معذرت چاہتا ہوں. میں ہر ریلیجن کی بہت میں اسکالر ہوں ایک میں جی بہت میں صرف بھی یہی جہاد بات کا کر رہا ہوں. ایک منٹ میری بات ختم ہو جانی ہے. ایک منٹ جہاد کی آپ کی بات جو ڈیفینیشن بیان کر رہے ہو وہ غلط ہے. میں آپ کی میں باتیں اسی کی میں کلیئر کر میں نیچے دوں. بیٹھ کے میں ایک نیچے منٹ بیٹھ میرا کے آپ لوگوں لگا کی دیں باتیں پھر بعد سنتا میں ہوں. آپ کر لینا سر ڈیفینیشن نہیں کر نہیں دوں جہاد سر کی. مجھے یہاں بات کرنی پڑے گی کیونکہ چلو آپ کر لو غلط انفارمیشن دے رہے ہیں. دیکھو نہیں کریں. پہلی نمبر تے پہ کسی کے جھوٹے خدا کو جھوٹا نہ کہو کیونکہ وہ پھر تیرے سچے خدا کو جھوٹا کہے گا. جھوٹ ٹھیک ہے. جھوٹ یہ قرآن مجید پہ جھوٹ بول رہے ہیں آپ. اچھا آپ جو کہہ رہے ہو کہ جہاد کی جو ڈیفینیشن ہے جہاد کا مطلب کسی کی گردن اتارنا نہیں. جہاد کا مطلب عربی کے لفظ کا ہے کہ ڈاکٹر صاحب ایک چھوٹی سی بات بتا دیں، آپ احمدی وہی میں مسلمان نے ہیں؟ کرنی تھی بات، یہی میں ٹھہریں نے ٹھہریں کرنی عبد تھی الشیخ صاحب، جواب ڈاکٹر کر. صاحب آپ احمدی مسلمان ہیں؟ نہیں سر میں احمدی مسلمان نہیں ہوں. میں مسلمان ہاں ہوں. ٹھیک وہ ہے. 13 سال مکہ امبر میں نذیر صاحب رسول تہاڈا بھائی پاک نے بہ کے جہاد کون فوری سا طور کیا؟ تے قرآن کسی مجید کی تے جھوٹ گردنیں بن رہے ہیں، اتاری؟ انہاں نوں روکو جہاد نا. کو ہن جو آپ کی جہاد کو جو ڈیفینیشن یا جہاد کا جو مطلب دنیا بیان کر رہی ہے یہ اپنے مفاد کے لیے یہ مولوی جو ہوتے ہیں یہ بہت یہی بالکل صحیح آپ کہہ اچھا رہے ہیں. بات یہ ہے ڈاکٹر صاحب ہم نا یہاں پہ احمدی، حقیقی احمدی اور سرکاری احمدی آپس میں بات کر رہے ہیں، تو اگر آپ تھوڑی دیر تو اپنا آپ ہولڈ مجھے کر لینا بھائی اپنے ٹاپک سمجھو. کو. میں بھی ہاں احمدیوں کے ساتھ ہی رہتا ہوں. انہوں نے تو کبھی مجھ سے الحمدللہ. نفرت نہیں کی. آپ ٹک ٹاک کے اوپر کیوں چلیں جو ان اچھی کا تو میں بات ہے، کرتا یہ ہوں. اچھی بات ہے آپ میں کی، لیکن آسٹریلیا ابھی میں جو سڈنی مسئلہ میں چل رہا ہے نا، ملک مسئلہ صاحب چل نے رہا اس میں ہے نے وہ ملک صاحب ਇਹਨਾਂ ਨੂੰ ਡੱਕੋ, ਇਹਨਾਂ ਦਾ ਕੰਮ ਇੱਥੇ ਕੋਈ ਨਹੀਂ. ਅਸੀਂ ਗੱਲ ਜਿਹੜੀ ਪੇ ਕਰਨੇ ਆ ਇਹ ਸ਼ੇਖ ہاں جی ਸਾਹਿਬ ਜਿਹੜੀ ਗੱਲ ਕਰ ਰਹੇ ਸੀ ਕਹਿ ਰਹੇ میں ہاں ਸੀ جی پوری تو کر لیں دو. نہیں ਨਹੀਂ ਇਹ عمر پوری صاحب وہ ਨਹੀਂ ਹੋਈ. کر بھی ملک صاحب نہ رہے نہیں نے، تہاڈے ادھا نال منٹ کر بھی رہ نہ گیا سی. رہے. ਕਰ ਲੋ ہاں میری گل کر یہ بھی ہو رہی ملک صاحب نہ رہے نے تے سی ملک کہ صاحب نہ ایک کرن دیو انہاں خدا نال. تعالیٰ دے حقوق تے ظلم کیتا عیسائیاں نے، مسلماناں نے انساناں تے ظلم کیتا. یہ دو بڑے مسئلے مرزا صاحب نے بیان کیتے آ کہ انہاں نے خدا دی خدائی چ مسلماناں نے تعاون کیتا. جی عیسیٰ علیہ السلام مردے بھی زندہ کرتے سی، پرندے بھی پیدا کرتے سی، اج تک زندہ فوت نہیں ہوئے، آسمان پہ بیٹھے، اور رسول پاک زمین میں. اور دوسرے پاسے وہ پادریاں نے مدد کی نہ مسلمانوں دی، جو افغانی سن ہمارے پٹھان تھے ان کی ان کا گردنہ لائی جاؤ جہاد. وہ 13 سال رسول پاک مکہ میں رہے، کسی کے خلاف تلوار اٹھائی، پھر مدینے آ گئے، پھر وہاں پہ آ کے بھی انہوں نے پیچھے سے حملہ کیا دفاع میں، اور پھر ایڈوانس آپ نے حملہ نہیں کیا. تو اصل بات یہ ہے کہ مسلمانوں نے انسانوں سے ظلم کیا، عیسائیوں نے خدا سے. اسی لیے مرزا صاحب آئے ہیں دونوں کو سیدھے راستے پہ لگانے پہ کہ انسان لا اکراہ فی الدین، اس کا کیا کرنا ہے قرآن مجید میں ہے. اب بات کریں اپنا نذیر صاحب. ਅੱਛਾ ਮੈਂ ਕਰ ਲੂੰ ਬਾਤ, ਇਜਾਜ਼ਤ ਹੈ ਮਲਕ ਸਾਹਿਬ ਮੌਜੂਦ ਹੋ ਤੁਸੀਂ? کرے अच्छा दूजिया ने फिर उन ढक के रखा. शेख साहब आप कहते हैं कि जो कोई पॉकेट बुक में लिखा हुआ है उसको पढ़े हर अहमदी 2-3 दफा. इसी बात से तो सरकारी अहमदियों का और मलक साहब का इख्तलाफ है. पॉकेट बुक में लिखा हुआ है कि मिर्जा साहब के लिए जो इल्हाम हुआ था बिक्रम व सैयबुन, एक कवारी और एक बिकर, एक कवारी और एक बेवा से निकाह होगा. उसका मतलब ये है कि जो मिर्जा साहब की शादी 1884 में हुई एक कवारी खातून से, वही जब मिर्जा साहब फोत हो गए तो वो बेवा हो गई. तो एक ही औरत कवारी भी थी, बेवा भी हो गई. मिर्जा साहब कहते हैं भी 2 औरतें खुदा मेरे निकाह में लाएगा. पॉकेट बुक का ये जवाब जो लिखा हुआ है
ये आपको तो हजम हो सकता है, लेकिन मलिक साहब को तो हजम नहीं होता ना। ये है हमारा मसला। और जो आप जवाब देते हैं, हम चाहते हैं कि आप ये जवाब दें और लोग आप पर हंसें, लोग आपका तमस्कर उड़ाएं ये जवाब सुनकर कि एक ही औरत से निकाह हुआ, वो पहले आई तो कुंवारी थी, जब फोत होगी तो बेवा होगी। तो जो मिर्जा साहब ने लिखा है कि एक कुंवारी से निकाह होगा कि बेवा से निकाह होगा, उसका ये मतलब है। ये मतलब सुन के तो हम इंजॉय करते हैं, ये तो बहुत खूबसूरत मतलब आप बयान करते हैं। ये है आपका पॉकेट बुक का हाल। मैंने सिर्फ एक दाना चेक रहा है, सारी देगी इस तरह की है। और ठीक है ये गलत जज़ाकल्लाह। है आपकी बात। शेख साहब ਤੁਸੀਂ ਉੱਤੇ ਜਦੋਂ ਗੱਲ ਕਰਨ ਆਏ ਸੋ ਤੇ ਤੁਸੀਂ ਮਲਕ ਸਾਹਿਬ ਨਾਲ ਗੱਲ ਕਰਨ ਆਏ ਸੋ ਜਾਂ ਇਹਨਾਂ ਨਾਲ ਗੱਲ ਕਰਨ ਆਏ ਸੋ? ਚੈਲੰਜ ਇੱਥੇ ਮਲਕ ਸਾਹਿਬ ਨੇ ਲਾਇਆ ਹੈ ਕਿ ਕੋਈ ਚਲੋ ਮਲਕ ਸਾਹਿਬ ਕਰ ਲੈਣ, ਮਲਕ ਸਾਹਿਬ ਦਿਓ ਜਵਾਬ ਇਹਨਾਂ ਗੱਲ ਦਾ। ਮਲਕ ਸਾਹਿਬ ਨਹੀਂ ਅਸੀਂ ਅਗਰ ਮਿਸਾਲ ਦੇ ਤੌਰ ਤੇ ਵੇਖੋ ਨਾ, ਹੁਣ ਮਲਕ ਸਾਹਿਬ ਦਾ ਜਿਹੜਾ ਕਹਿ ਲਓ ਕਿ ਕੰਮ ਸੀ ਉਹ ਇਹ ਸੀ ਕਿ ਇਹਨਾਂ ਸਾਰਿਆਂ ਨੂੰ ਕੋਲ ਬਿਠਾ ਕੇ ਤੇ ਚੈਲੰਜ ਜਿਹੜਾ ਉਹ ਸਰਕਾਰੀਆਂ ਅਹਿਮਦੀਆਂ ਨੂੰ ਕਰਨਾ, ਜਿਨ੍ਹਾਂ ਨੂੰ ਇਹ ਸਰਕਾਰੀ ਅਹਿਮਦੀ ਬਣਦੇ ਨੇ, ਜਿਹੜੇ ਇਹਨਾਂ ਨੂੰ ਬਿਮਾਰੀ ਅਹਿਮਦੀ ਸਮਝਦੇ ਨੇ ਤੇ ਇਹ ਉਹਨਾਂ ਨੂੰ ਸਰਕਾਰੀ ਅਹਿਮਦੀ ਸਮਝਦੇ ਨੇ, ਉਹਨਾਂ ਨੂੰ ਚੈਲੰਜ ਮਲਕ ਸਾਹਿਬ ਕਰ ਰਹੇ ਨੇ। ਠੀਕ ਹੈ, ਤੇ ਬਿਠਾ ਕੇ ਕਿਹਨੂੰ ਕਰ ਰਹੇ ਨੇ? ਆਪਣੇ ਮੁਖਾਲਫੀਨ, ਯਾਨੀ ਕਿ ਜਿਹੜੇ ਇਹਨਾਂ ਨੂੰ ਇਹਨਾਂ ਦੇ ਵੀ ਮੁਖਾਲਫ ਨੇ ਤੇ ਸਾਡੇ ਵੀ ਮੁਖਾਲਫ ਨੇ, ਉਹਨਾਂ ਨੂੰ ਕੋਲ ਬਿਠਾ ਕੇ। ਠੀਕ ਹੈ, ਹਾਂ ਉਹਨਾਂ ਦੇ ਅੱਖ ਦੇ ਤਾਰਾ ਬਣਨ ਵਾਸਤੇ। ਸੁਣ ਲਓ ਸ਼ੇਖ ਸਾਹਿਬ ਗੱਲ ਸੁਣ ਲਿਆ ਕਰੋ। ਉਹਨਾਂ ਦੇ ਅੱਖ ਦਾ ਤਾਰਾ ਬਣਨ ਵਾਸਤੇ ਉਹ ਆਪਣੇ ਭਰਾਵਾਂ ਨੂੰ ਗਾਲਾਂ ਕੱਢ ਰਹੇ ਨੇ, ਉਹਨਾਂ ਨੂੰ ਕੰਨ ਨਾਲ ਯਾਰ ਇੱਕ ਮੁਸਲਮਾਨ ਤੁਹਾਡੇ ਕੋਲ ਆਇਆ, ਉਹ ਅਹਿਮਦੀ ਮਜ਼ਹਬ ਨੂੰ ਐਕਸੈਪਟ ਕਰਨਾ ਚਾਹੁੰਦਾ ਹੈ ਕਿਉਂਕਿ ਉਹਦੇ ਮੋਡਰੇਟਰ ਤੋਂ ਗੱਲ ਹੋ ਲੈਂਦੇ ਹੈਪੀ ਸਾਹਿਬ। ਮੈਨੂੰ ਥੱਲੇ ਸੁੱਟ ਦਿੱਤਾ ਯਾਰ, ਦੁੱਖ ਲੱਗਦਾ ਨਾ ਇਸ ਤਰ੍ਹਾਂ, क्योंकि मैं ਤੁਹਾਡੇ ਨਾਲ इतना प्यार करना, ਤੁਹਾਨੂੰ पता। डॉक्टर साहब बात सुने, आप हमारे लिए काबिल एहतराम है, ठीक है, सुन लें डॉक्टर साहब। हैप्पी साहब यार ਉਹਨਾਂ ਦੀ ਗੱਲ ਹੋਣਾ ਯਾਰ, ਇਹ ਵੀ ਤੇ ਗਲਤ ਗੱਲ ਹੈ ਨਾ ਹੈਪੀ ਸਾਹਿਬ, ਜੇ ਉਹ ਬੰਦਾ ਆਇਆ ਗੱਲ ਕਰ ਰਿਹਾ ਉਹਨੂੰ ਗੱਲ ਦਾ ਜਵਾਬ ਦੇ ਦਿਓ। ਕਿਸੇ ਇੱਕ ਨੂੰ ਬੋਲਣ ਦਿਓ ਆਪਣਾ 112 ਸਾਹਿਬ ਸਮਝ ਆਵੇਗਾ। हैप्पी साहब अगर वो बंदा आ ही गया, ठीक है, बेशक वो गैर अहमदी है, लेकिन आ गया, ਉਹਦੀ ਕਮ ਸੇ ਕਮ ਗੱਲ ਤੇ ਸਾਨੂੰ ਸੁਣਨ ਦਿਓ ਨਾ। ਠੀਕ ਹੈ, ਤੁਸੀਂ ਅਹਿਮਦੀ ਨਹੀਂ ਹੈ, ਤੁਸੀਂ ਅਹਿਮਦੀ ਨਹੀਂ ਹੈ, ਲੇਕਿਨ ਉਹ ਬੰਦਾ ਅगर ਇਹ डॉक्टर साहब ਤੁਹਾਨੂੰ ਸੁਣ ਲਓ कि वो बंदा अहमदी नहीं ਜਿਹੜਾ ਤੁਹਾਨੂੰ ਲਾ ਰਿਹਾ ਥੱਲੇ। ठीक है, मुझे कह रहे हैं कि आप आमिर साहब को ये करवा रहे हो, वो कर रहे हो, खुद क्या कह रहे हैं? वो अहमदी नहीं है, आ ही गए हैं तो उनकी बात सुनने दो। तो मैंने बातें नहीं सुननी। अगर आमिर साहब आ गए हैं, आगे मैं तो किसी के मुंह के ऊपर हाथ नहीं रख सकता। मैंने सुननी सब की है। आप जो बीमारी अहमदी मुझे कह रहे हो, खुदा की कसम, मैं कुरान की कसम खा के कहता हूँ, इनको मिर्जा साहब की अहमदियत का पता ही नहीं। इन्होंने बाप दादा के अकीदों को मिर्जा साहब की अहमदियत बयान कर करके ऐसे एतराज। आमिर साहब अभी आपसे सवाल करें, आमिर साहब आप टोटल सवाल करें इनसे, इनके जवाब भी सुन ले उस बारे में और मेरे भी सुन ले, फिर आप बता देना। हाँ जी मलिक साहब, करो सब्र करो भाई। ओ भाई, अच्छा जी, अच्छा जी, कर लो। अभी इसके बाद आखिरी वार्निंग दे रहा हूँ, अगर बात की तो नीचे उतार दूंगा। हाँ यही हौसला आपका। और सरकारी अहमदी चुप कर। बात यह है कि बारी में बोले, आप अपनी बारी में बोलेंगे, हम नहीं बोलेंगे। आप मुझे पता है तकलीफें तो होनी है, तकलीफें होंगी, दर्द होंगी। अगर आपको कबूल है तो आमिर साहब कोई भी अहमदियत के खिलाफ, मिर्जा साहब के खिलाफ कोई भी किसी जगह से सवाल करे, ए जड़ा बीमारी अहमदी कह रहा है, सरकारी अहमदी ना साबित हुआ तो मैंने 76 मारना। और मेरे जवाब पर अगर आमिर साहब को कोई एतराज रहा या कोई और भाई आ जाए तो मुझे 76 मारना। आपको कबूल है सरकारी अहमदी? सब सरकारी अहमदी सरकारी विच डुबकी मार गया हूं। और जा रहे ने सरकारी, और जा रहे ने सरकारी, और जा रहे ने। आवाज आ रही है मेरी आप लोगों को? आ रही। और कोई सरकारी ढूंढ के ले आओ, नस गए ने। शेख साहब मैं सवाल रखा, की जवाब है तुहाडे कोले दा? अब्दुल शेख साहब मेरे हले भी जान वाले हुए ने। मेरा खुलदा नहीं पिया स्पीकर, खुलदा नहीं पिया। मैं नहीं जाना, मैं तुहाडे नाल ही हां। मैं ना नहीं जाना, मैं ते काम मकाना वा भी ये गल्लां
ਛੱਡੋ, ਸਰਕਾਰੀ ਗੈਰ ਸਰਕਾਰੀ ਇਹ ਅੱਲਾ ਨੂੰ ਪਤਾ ਵਾ। ਅਸਲ ਆ ਵੀ ਦਿਲ ਦਾ ਮਾਮਲਾ, ਉਹ ਕਹਿੰਦਾ ਇੰਨੀ ਮਾਲੋ ਬਿੰਨੀ ਆਤ, ਬਸ ਇੱਥੇ ਰਵੋ। ਹਰ ਕਿਸੇ ਨੂੰ ਅੱਲਾ ਨਾਲ ਤਾਲੁਕ ਆ, ਹਰ ਕਿਸੇ ਦਾ। ਜੇ ਹਰ ਗੱਲ ਅੱਲਾ ਨੂੰ ਹੀ ਪਤਾ ਹੈ ਤੇ ਇਹਨਾਂ ਸਰਕਾਰੀ ਮੁਸਲਮਾਨਾਂ ਪਿੱਛੇ ਕਿਉਂ ਪਏ ਦਿਓ? ਅੱਲਾ ਨੂੰ ਉਹ ਪਤਾ ਹੈ, ਪਿੱਛੇ ਅੱਲਾ ਇੱਕ ਖੁਦ ਦੋ ਅੱਲਾ ਬੰਦੇ ਜਾਣੇ ਵਿੱਚ ਅੱਲਾ। ਕੋਈ ਗਲਤ ਹੁੰਦੇ ਗੱਲ ਆ, ਤੇ ਇੱਕ ਦੋ। ਸੁਣ ਲਿਆ ਕਰੋ ਨਾ ਜਨਾਬ। ਚਲੋ ਗੱਲ ਸੁਣਾਓ ਸੁਣ ਸੁਣਾਓ। ਜਨਾਬ, ਅੱਲਾ ਨੂੰ ਤੇ ਪਤਾ ਹੈ, ਅੱਲਾਹ ਤਾਲਾ ਨੇ ਇਨਸਾਨ ਨੂੰ ਅਕਲ ਦੇ ਕੇ ਭੇਜ ਦਿੱਤਾ ਹੈ ਕਿ ਤੁਸੀਂ ਵੀ ਪਤਾ ਕਰੋ, ਸੱਚਾਈ ਦੀ ਤਲਾਸ਼ ਕਰੋ ਔਰ ਸੱਚਾਈ ਦੀ ਮੌਤ ਮਰਨਾ। ਤੇ ਮੈਂ ਤੁਸੀਂ ਅਕਲੀ ਦਲੀਲਾਂ ਨਾਲ ਹੀ ਸੱਚਾਈ ਸਾबित ਹੋਣੀ है ना। ते कोई सरकारी जो सरकारी, मैं आपको वजाहत करता हूँ, जो मुझे बीमारी कहते हैं मैं उनको सरकारी कहता हूँ। सरकारियों मैदान में निकलो, बाप दादा के अकीदे जाके अपनी उसमें पंडोकली में बन के सिर पे ना फिरो। मैं कहता हूँ अगर सरकारी अहमदियों के निज़ाम जो सरकारी अहमदी हैं वो आमिर नज़ीर से साहब से बात करते हैं, 50 बातें ऐसी हैं जो उनके अकीदे के मुताबिक आमिर साहब जो दलीलें देती है उनकी सच्ची है, क्योंकि उनको अहमदियत का पता नहीं है। वो अकीदों वाली अहमदियत बयान कर देते हैं, सुनी सुनाई। अब्बा जी अहमदी सन, पक्के अहमदी, दादाजी भी अहमदी सन, साहबी भी सन, हजूर के साथ भी रहे हैं, मेरा मामा ड्राइवर रहा है। ये इनका अहमदियत का नज़दीक होने का मेयार है, इल्म मेयार नहीं है। तो मैं सरकारी अहमदी जो मुझे बीमारी अहमदी कहते हैं, इधर बाहर निकलो। किधर बिलों में घुस गए हो? बिलों में नहीं घुसो, मैं तुम्हें छोड़ूंगा नहीं, या मैं अपना आप फना करूंगा, तुम्हें फना करूंगा। बाहर निकलो बीमारियों। असली बीमारी तुम हो जिन्होंने जमात के नाम पर दबे हो, ऐसी अहमदियत बताते हो जो मुखालफीन के पास एतराज उठते हैं, दलीलें लेकर आते हैं वो हमारे खिलाफ, जो अहमदियत तुम लोग बताते हो। सरकारी अहमदियों बाहर निकलो बिलों से, आओ आज मैं मैदान में तुम्हें ललकार रहा हूं। बाहर निकलो, अच्छा, उरे आओ, मल- मेरे नाल गल करो। चढ़िया ना बढ़ो, जाके ना खुडियां च बढ़ो। ਚਲੋ ਮਲਕ ਸਾਹਿਬ ਮਿੱਟੀ ਪਾਓ ਤੇ ਅੱਗੇ ਨਵਾਂ ਕੰਮ ਸ਼ੁਰੂ ਕਰੋ। ਉਹ ਚੋਰੀ ਸ਼ਜਾਤ ਦੀ ਮੈਂ ਸਵੇਰੇ ਕੇਸਰ ਸੁਣੀ ਆ, ਉਹ ਵਿਚਾਰੇ ਦੀ ਬੜੀ ਭੈੜੀ ਹਾਲਤ ਆ, ਉਹ ਕਲਮਾ ਹੀ ਪੜ ਰਿਹਾ ਸੀ ਲਾ ਕੇ ਅੱਲਾ आगे सरकारी अहमदी आ गए जी, 1122 साहब सरकारी अहमदी आ गए। अभी चलो हमें गल। अहमदियत के बारे में बताएंगे। ਜੀ ਮਲਕ ਸਾਹਿਬ आमिर साहब, ਸੋਰੀ। ਹਾਂਜੀ आमिर साहब ਹੋਰ आप ਸਾਹ ਲੈ सवाल ਲਓ करें। ਮਲਕ ਸਾਹਿਬ, ਕੀ ਹੋ ਗਿਆ ਜੇ? ਉਹ ਖਲਾਓ ਸਾਹ ਜਾ ਤੇ ਲੈ ਖਲਾਓ ਲਓ। ਜਾ, ਤੁਹਾਡੇ ਤੋਂ ਪਹਿਲੇ ਗੱਲ ਹੋ ਰਹੀ ਹੈ, ਤੁਸੀਂ ਅਜੇ ਹੁਣ ਉੱਤੇ ਅੱਛਾ। ਆਇਓ। ਹੁਣੀ ਸੋ ਮਾਈਕ ਦੇ ਦੀ ਹਟ ਨਹੀਂ ਜਾਓ ਮੇਰੀ ਜੀ, ਉਹ ਗੱਲ ਸਰਕਾਰੀ ਗੱਲ ਅਹਮਦੀ ਤੇ ਆਏ ਰਹਿ ਨੇ ਗਈ ਕੋ ਸੀ ਹਟ ਨਾ, ਜਾਓ। ਮੈਂ ਗੱਲ ਰਹਿ ਗਈ ਸੀ ਆਗ ਉਸ ਰਹਿ time। ਗਈ ਸੀ, ਕਰਨ ਆਇਓ। ਹਾਂਜੀ ਨਹੀਂ ਇਸ ਗੱਲ ਲਈ ਤੁਸੀਂ ਖੁਦ ਹੀ ਆਖਿਆ ਸੀ ਕਿ ਮੈਂ ਜੋ ਬਿਮਾਰੀ ਅਹਿਮਦੀ ਆ, ਮੈਂ ਜਿਹੜੀਆਂ ਗੱਲਾਂ ਕਰਨਾ ਵਾ ਇਹਦੇ ਤੋਂ ਇਹਨਾਂ ਦੀ ਅੱਖਾਂ ਦਾ ਤਾਰਾ ਤੇ ਤੁਸੀਂ ਬਣ ਲਓਗੇ, ਠੀਕ ਹੈ, ਲੇਕਿਨ ਜਮਾਤ ਦੇ ਬੁਨਿਆਦੀ ਅਕਾਇਦ ਦੀ ਤੁਸੀਂ ਐਸੀ ਦੀ ਤੈਸੀ ਫੇਰ ਰਹੇ ਹੋ, ਠੀਕ ਹੈ। ਇਸ मिर्जा ਵਜ੍ਹਾ साहब ਤੋਂ ने ਸੁਣ जो ਲਓ ਹੁਣ ਮੇਰੀ अहमियत ਗੱਲ, ਮੈਂ नहीं ਤੁਹਾਡੀ ਗੱਲ बताई ਸੁਣੀ ਸੀ ਨਾ है ਤੇ उनकी मैं ऐसी ਮਲਕ तैसी ਸਾਹਿਬ ਜੇ ਨਹੀਂ फेरूंगा, ਨਾ ਸੁਣਨੀ ਹੁੰਦੀ, मैं ਨਹੀਂ फेरूंगा। ਸੁਣਨੀ ਹੁੰਦੀ ਤੇ ਨਾ ਚੁੱਕਿਆ ਕਰੋ, और ना आया कर होते भाई, ਤੇ ਨਾ ਚੁੱਕਿਆ ਕਰੋ। तू ऐसे उनके तारों का हाँ आखा बना। ये मिरासियों वाली अहमदियत छोड़ो। हाँ मरासियों वाली नहीं, आप भी जाहलों वाली बातें मिरासी छोड़ अहमदियों के, में जो है ये वो छोड़ो। तू उसकी आप तारों भी का आखा जाहलों तो वाली उसकी, बातें छोड़ मैं के तो जिसकी तारों का आखा अक्लमंदों वाली छोड़। बातें किया मुझसे करो। बात करनी है, किससे? मुझसे। हाँ कर तो रहा हूँ, और क्या कर रहा हूँ। ये इस तरीके से बात होती है। आपने गाली से स्टार्ट देखें, जब कोई आपके पास नहीं बैठा हुआ, आपके साथ नहीं आ रहा, आपके पास नहीं आके लोग राजी है, आप क्यों बैठ के ऊपर इन लोगों को अपने पास बिठा के तो गालियां निकालते हैं ये हमें। मेरे भाई गालियां किसने निकाली है? जो गाली निकाले वो हाँ हराम का, जो झूठ बोल हाँ रहा जी है बिल्कुल, डबल अभी हराम सुने का, गाली, डबल बस हराम का, सुन ले वो डबल मैं हराम बता का। देता हूँ ना, गाली बता देता हूँ, गाली बता देता हूँ। जब आप इनको पास बिठाकर आप ये बोलेंगे कि ये सरकारी अहमदी हैं और इनको अपने अकायद का पता ही कोई नहीं है, इनको अकल ही कोई नहीं है, ये जाहिल हैं, तो ये गाली ही होती है। हम अगर इनको सरकारी कह के बुलाते हैं तो हम इनको गाली ही देते हैं, ये सरकारी, ठीक है। इसकी जो हिकमत है वो आपको भी पता है कि ये सरकारी तौर पर मुसलमान है, तो हम इनको सरकारी कहकर गाली देते हैं। अब पूरी बात तो मेरे हो लेने, मेरे अल्फाज तो पूरे हो तेरी सुनो, लेने। तकरीर शुरू हो जाए, छोटी छोटी बात की जाती है भाई, छोटी छोटी। अच्छा जी सॉरी, बात आपने कर लो इतनी उसको। बात की, पहले इन्होंने कहा गाली दी, अब इन्होंने कहा जो हमें सरकारी अहमदी कहते हो तो ये हमें गाली है। देखिए इनके बातों में कितना तजाद है। कोई बता दो भाई सरकारी अहमदी कहना गाली है। फिर मैंने आज तक किसी का नाम लेकर नहीं कहा था, ये मुझे डायरेक्ट आके कहते तुम बीमारी अहमदी।
ये मुझे डायरेक्ट आके कहते हैं, तो कहते हैं हम कहते रहे तुझे खैर है, तू ना कह। मैं सरकारी अहमदी उन्हें कहता हूँ जिन्हें मिर्ज़ा साहब की अहमदियत का पता नहीं है, ऐसे सवाल और इतराज़ और सवालों के जवाब देते हैं जो मिर्ज़ा साहब ने नहीं चीज़ बताई उसमें जाके बताते हैं, उसी पर गैर अहमदियों के पास यानी सवाल और एतराज़ उठते हैं। मैं उन्हीं सरकारी अहमदी कहता हूँ, मैं किसी को नाम लेके नहीं कहा, लेकिन ये दिल जले हैं और मैंने पूरों को कभी भी नहीं कहा। मैंने कहा वो लोग जिनको मिर्ज़ा साहब की अहमदियत का पता नहीं है वो सरकारी अहमदी है। चले अब इसमें छोटी कोई बात तकलीफ आपकी नहीं। हो गई है, आपने अच्छा, कहा था छोटी 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 होगी। बात करनी है। हाँ छोटी। बात यह है कि मलक ताला साहब आपसे उस दिन भी मैंने पूछा था कि आपके बकौल अगर 95% सरकारी अहमदी हैं, आप 5% का नाम तो लें। आपके अंदर ये बीमारी, मैंने ऐसे नहीं आपको बीमारी कहा, ये आपके अंदर बीमारी है कि आप अपने आप को तकरीबन 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 खुदा समझ बैठे हैं। आप ये समझते हैं कि सारी दुनिया, आप पूरी दुनिया को, पूरी अहमदियत को, बाकी सब लोगों को भी हकारत की नज़र से देखते हैं। आपको ये आपके अंदर एक मगरूरापन आ चुका है, जिसकी आपको समझ नहीं आएगी, ये आपको लोग बताएंगे। और इसका सबूत यही है कि आपके साथ जो अहमदियों का रवैया है और आपका अहमदियों के साथ ये मगरूरपन साबित करता है। और दूसरा, आपका रवैया, आपके दलाइल, आपकी सारी बातें गैर अहमदियों को पसंद आ रही हैं। आप उनका आंख का तारा बने हुए हैं। जिस दिन मैं इनकी आंख का तारा बन जाऊंगा उस दिन मेरा काम बस इतनी बात बहुत आपकी। कहने का मकसद ये है कि मुझे ये क्यों नहीं पहले कहते थे, जब तक मैंने इनकी निशानदेही नहीं की थी। ये तो अब मुझे मुखालफत में कहते हैं, ये तो मुझे मुखालफत में कहते हैं। पहले तो सारे कहते थे तो बड़ा इल्म वाला है, तो बड़ा कल्ला गल्ला कहता थे, उनको जवाब देते थे। जब मैंने इनकी निशानदेही की कि ये इस मामले में गलत है, और मैं तो अलल ऐलान क्या है, मैं मिर्ज़ा गुलाम अहमद अलैहिस्सलाम का अहमदी हूँ। इंतज़ामी मामलात में मैं मिर्ज़ा मसूद अहमद साहब का अहमदी हूँ इंतज़ामी मामले। इसके अलावा कोई अहमदी है तो वो अपनी माँ की डैश में डाले, वो अपनी बाप की बुंड में डाले। इसके अलावा तो मेरी अहमदियत है ही कोई नहीं। ईमानी मामलात में मिर्ज़ा साहब, इंतज़ामी मामलात में हमारी खिलाफत। इसके अलावा किसी को कोई तकलीफ है या दर्द है वो अपनी बुंड में रखे। मुझे किसी से कोई सरोकार नहीं है, मुझे कोई अहमदियत से निकाल नहीं सकता। किसी का बाप भी, किसी का ठीक है, बाप हो का गई है बाप भी छोटी नहीं बात निकाल आपकी। और दूसरी बात ये कि तो बेहतर है कि वो मॉडरेटर खुद कर लें। हाँ जी, और कोई भी